हाँ जी, स्वागत है ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਐਗਜ਼ਾਮ ਸਟੱਡੀ ਵਿਦ ਜੌਬ ਅਲਰਟ ਤੇ। ਸੋ ਮਾਸਟਰ ਕੇਡਰ ਮਿਡੀਵਲ ਹਿਸਟਰੀ ਮੱਧਕਾਲੀਨ ਭਾਰਤ ਦਾ ਇਤਿਹਾਸ ਲੈਕਚਰ 13 ਅਤੇ ਅਗਲੇ MCQ ਪ੍ਰਸ਼ਨ ਉੱਤਰ ਤੁਹਾਡੇ ਲਈ ਲੈ ਕੇ ਆਏ ਹਾਂ। ਟੌਪਿਕ ਹੈ ਜਿਹੜਾ ਆਪਣਾ ਮੁਗਲ ਸਾਮਰਾਜ ਚੱਲ ਰਿਹਾ ਹੈ। ਸੋ ਇਹਦੇ ਨਾਲ ਸੰਬੰਧਿਤ ਜਿੰਨੇ ਵੀ ਪ੍ਰਸ਼ਨ ਉੱਤਰ ਬਣਦੇ ਹੈ ਉਹ ਤੁਹਾਨੂੰ ਪ੍ਰੋਵਾਈਡ ਕਰ ਰਹੇ ਹਾਂ। ਪਹਿਲੀ ਵਾਰ ਚੈਨਲ ਤੇ ਵਿਜ਼ਿਟ ਕਰ ਰਹੇ ਹੋ ਤਾਂ ਸਬਸਕ੍ਰਾਈਬ ਤੇ ਬੈਲ ਆਈਕਨ ਨਾਲ ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਤੁਹਾਨੂੰ ਡੇਲੀ ਕਲਾਸ ਦੀ ਅਪਡੇਟ ਹੈ ਜਿਹੜੀ ਸਮੇਂ ਸਿਰ ਮਿਲਦੀ ਰਹੇ। ਸੋ ਡੇਲੀ ਈਵਨਿੰਗ 3 ਵਜੇ ਕਲਾਸ ਹੁੰਦੀ ਹੈ। ਪਹਿਲਾਂ ਵਾਲੇ ਭਾਗ ਚੈਨਲ ਦੀ ਪਲੇਲਿਸਟ ਵਿੱਚ ਜਾ ਕੇ ਜਾਂ ਫਿਰ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜਾਣਗੇ, ਉੱਥੇ ਜਾ ਕੇ ਰੀਡ ਕਰ ਸਕਦੇ ਹੋ। ਇਸ ਤੋਂ ਇਲਾਵਾ ਰੀਸੈਂਟ ਹਿਸਟਰੀ ਪ੍ਰਾਚੀਨ ਭਾਰਤੀ ਇਤਿਹਾਸ ਕੰਪਲੀਟ ਹੋ ਚੁੱਕੀ ਹੈ। ਲਗਭਗ ਉਹਦੇ 27-28 ਜਿਹੜੇ ਲੈਕਚਰ ਹੈ ਉਹ ਬਣਦੇ ਹੈ। ਤਾਂ ਜਿੰਨੇ ਵੀ ਟੌਪਿਕ ਸੀਗੇ ਅਤੇ ਟੌਪਿਕ ਦੇ ਅਨੁਸਾਰ ਜਿੰਨੇ ਵੀ ਪ੍ਰਸ਼ਨ ਉੱਤਰ ਬਣਦੇ ਸੀ ਉਹ ਤੁਹਾਨੂੰ ਪ੍ਰੋਵਾਈਡ ਕਰ ਦਿੱਤੇ ਹੈ। ਤਾਂ ਹੁਣ ਮੱਧਕਾਲੀਨ ਭਾਰਤ ਦਾ ਇਤਿਹਾਸ ਆਪਾਂ ਸਟਾਰਟ ਕਰਿਆ ਹੋਇਆ, ਮਿਡੀਵਲ ਹਿਸਟਰੀ ਹੈਗੀ। ਤਾਂ ਸਟਾਰਟ ਕਰਦੇ ਹਾਂ ਜੀ। ਤਾਂ ਪ੍ਰਸ਼ਨ ਨੰਬਰ 282 ਤੋਂ ਸਟਾਰਟ ਕਰਾਂਗੇ। ਮੇਵਾੜ ਦਾ ਸ਼ਾਸਕ ਸੀਗਾ ਰਾਣਾ ਸਾਂਗਾ, ਇਹ ਕਿਹੜੇ ਵੰਸ਼ ਦੇ ਨਾਲ ਸੰਬੰਧ ਰੱਖਦਾ ਸੀ? ਸੋ ਇਹਦੇ ਵਿੱਚ ਹੀ ਦੋ ਪ੍ਰਸ਼ਨ ਬਣ ਗਏ। ਮੇਵਾੜ ਦਾ ਸ਼ਾਸਕ ਕੌਣ ਸੀਗਾ, ਇਹ ਪੁੱਛਿਆ ਜਾਂਦਾ ਅਕਸਰ ਐਗਜ਼ਾਮ ਦੇ ਵਿੱਚ। ਤਾਂ ਰਾਣਾ ਸਾਂਗਾ ਇਹ ਕਿਹੜੇ ਵੰਸ਼ ਦੇ ਨਾਲ ਸੰਬੰਧਿਤ ਰੱਖਦਾ ਸੀ, ਇਹ ਦੱਸਣਾ ਹੈ। ਸਿਸੋਦੀਆ ਵੰਸ਼, ਦਾਸ ਵੰਸ਼, ਤੁਗਲਕ ਵੰਸ਼ ਜਾਂ ਫਿਰ ਖਿਲਜੀ ਵੰਸ਼ ਨਾਲ। ਤਾਂ ਮੇਵਾੜ ਦਾ ਸ਼ਾਸਕ ਰਾਣਾ ਸਾਂਗਾ ਸਿਸੋਦੀਆ ਵੰਸ਼ ਦੇ ਨਾਲ ਜਿਹੜਾ ਸੰਬੰਧ ਰੱਖਦਾ ਸੀਗਾ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਥੱਲੇ ਮਿਲਾਨ ਦਿੱਤੇ ਗਏ ਹੋਏ ਨੇ, ਕਿਹੜਾ ਜਿਹੜਾ ਸਹੀ ਮੇਲ ਨਹੀਂ ਹੈ ਇਹਨਾਂ ਵਿੱਚੋਂ? ਪੰਜਾਬ ਦੌਲਤ ਖਾਂ ਲੋਧੀ, ਮੇਵਾੜ ਰਾਣਾ ਸੰਗਰਾਮ ਸਿੰਘ, ਰਾਣਾ ਸਾਂਗਾ ਹੁਣੇ ਆਪਾਂ ਕੁਐਸਚਨ ਕਰਕੇ ਆਏ ਹਾਂ। ਜੌਨਪੁਰ ਦਰਿਆ ਖਾਂ ਲੋਹਾਨੀ, ਦਿੱਲੀ ਬਹਿਲੋਲ ਲੋਧੀ। ਤਾਂ ਜਿਹੜਾ ਸਹੀ ਮੇਲ ਹੈ ਇਹਦੇ ਵਿੱਚ ਨਹੀਂ ਹੈ ਉਹ ਹੈ ਆਪਸ਼ਨ ਈਡੀ, ਜੌਨਪੁਰ ਦਰਿਆ ਖਾਂ ਲੋਹਾਨੀ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਦੌਲਤ ਖਾਂ ਲੋਧੀ, ਮੇਵਾੜ ਰਾਣਾ ਸੰਗਰਾਮ ਜਾਂ ਰਾਣਾ ਸਾਂਗਾ, ਦਿੱਲੀ ਬਹਿਲੋਲ ਲੋਧੀ, ਇਹ ਸਾਰੇ ਸਹੀ ਮੇਲ ਖਾਂਦੇ ਹੈ। ਪਰ ਜੌਨਪੁਰ ਦਰਿਆ ਖਾਂ ਲੋਹਾਨੀ ਇਹ ਸਹੀ ਮੇਲ ਇਹਦੇ ਵਿੱਚ ਨਹੀਂ ਹੈ। ਆਪਸ਼ਨ ਈਡੀ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ ਮੋਸਟ ਇੰਪੋਰਟੈਂਟ ਹੈ, ਬਾਬਰ ਦੀ ਮੌਤ ਹੈ ਜਿਹੜੀ ਕਦੋਂ ਹੋਈ, ਕਿਹੜੇ ਈਅਰ ਦੇ ਵਿੱਚ ਹੋਈ ਸੀ? ਕਈ ਵਾਰ ਇਕੱਲਾ ਈਅਰ ਪੁੱਛ ਲੈਂਦੇ ਨੇ। 26 ਦਸੰਬਰ 1530, 25 ਦਸੰਬਰ 1530, 24 ਦਸੰਬਰ 1530 ਜਾਂ 26 ਦਸੰਬਰ 1529। ਤਾਂ ਬਾਬਰ ਦੀ ਜਿਹੜੀ ਮੌਤ ਸੀ 26 ਦਸੰਬਰ 1530 ਦੇ ਵਿੱਚ ਹੋਈ ਸੀ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਸੋ ਜਿੰਨੇ ਵੀ ਆਨਲਾਈਨ ਕਲਾਸ ਲਗਾ ਰਹੇ ਹੈ ਨਾਲ ਦੀ ਨਾਲ ਵੀਡੀਓ ਨੂੰ ਅੱਗੇ ਜ਼ਰੂਰ ਸ਼ੇਅਰ ਕਰ ਦਿਆ ਕਰੋ ਜਲਦੀ ਨੂੰ। ਬਾਬਰ ਦੀ ਮਾਤਰੀ ਭਾਸ਼ਾ ਕਿਹੜੀ ਸੀ? ਮਾਤ ਭਾਸ਼ਾ ਕਹਿ ਸਕਦੇ ਹਾਂ। ਤੁਰਕੀ, ਫਾਰਸੀ, ਉਰਦੂ ਜਾਂ ਅਰਬੀ। ਤਾਂ ਬਾਬਰ ਦੀ ਮਾਤਰੀ ਭਾਸ਼ਾ ਸੀ ਜਿਹੜੀ ਉਹ ਤੁਰਕੀ ਸੀ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਅਬਦੁਰ ਰਹੀਮ ਖਾਨ ਖਾਨਾ ਨੇ ਬਾਬਰ ਦੀ ਆਤਮ ਕਥਾ ਫਾਰਸੀ ਭਾਸ਼ਾ ਦੇ ਵਿੱਚ ਅਨੁਵਾਦ ਹੈ ਜਿਹੜਾ ਕਿਸ ਸ਼ਾਸਕ ਦੇ ਸਮੇਂ ਕੀਤਾ ਸੀ? ਅਕਬਰ, ਬਾਬਰ, ਸ਼ਾਹਜਹਾਂ ਜਾਂ ਜਹਾਂਗੀਰ ਦੇ ਸਮੇਂ। ਤਾਂ ਉਸ ਸਮੇਂ ਸ਼ਾਸਕ ਸੀਗੇ ਜਿਹੜੇ ਅਕਬਰ ਸੀਗੇ। ਬਾਬਰ ਦੀ ਆਤਮ ਕਥਾ ਦਾ ਫਾਰਸੀ ਦੀ ਭਾਸ਼ਾ ਦੇ ਵਿੱਚ ਅਨੁਵਾਦ ਟਰਾਂਸਲੇਟ ਕਰਨ ਵਾਲੇ ਅਬਦੁਰ ਰਹੀਮ ਖਾਨੇ ਖਾਨਾ ਸੀ। ਦੋ ਪ੍ਰਸ਼ਨ ਇਹ 'ਚ ਬਣਦੇ ਹੈ ਕਿ ਬਾਬਰ ਦੀ ਆਤਮ ਕਥਾ ਨੂੰ ਟਰਾਂਸਲੇਟ ਕਿਹਨੇ ਕੀਤਾ ਸੀ ਫਾਰਸੀ ਭਾਸ਼ਾ ਦੇ ਵਿੱਚ ਅਨੁਵਾਦ? ਤਾਂ ਅਬਦੁਰ ਰਹੀਮ ਖਾਨੇ ਖਾਨਾ ਨੇ ਕਿਹੜੇ ਸ਼ਾਸਕ ਦੇ ਸਮੇਂ ਕੀਤਾ ਸੀਗਾ? ਅਕਬਰ ਦੇ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਬਾਬਰ ਦੀ ਆਤਮ ਕਥਾ ਦਾ ਅੰਗਰੇਜ਼ੀ ਦੇ ਵਿੱਚ ਅਨੁਵਾਦ ਕਰਨ ਵਾਲੀ ਔਰਤ ਕੌਣ ਸੀ? ਤਾਂ ਫਾਰਸੀ ਦੇ ਵਿੱਚ ਅਨੁਵਾਦ ਤਾਂ ਅਬਦੁਰ ਰਹੀਮ ਖਾਨੇ ਖਾਨਾ ਨੇ ਕੀਤਾ ਸੀਗਾ। ਤਾਂ ਅਗਰ ਅੰਗਰੇਜ਼ੀ ਦੇ ਵਿੱਚ ਪੁੱਛ ਲਿਆ ਜਾਂਦਾ ਹੈ ਉਹ ਦੱਸਣਾ ਹੈ। ਹਮੀਦਾ ਬਾਨੋ ਬੇਗਮ, ਇਹਸਾਨ ਦੌਲਤ ਬੇਗਮ, ਗੁਲਬਦਨ ਬੇਗਮ ਜਾਂ ਮਿਸੇਜ ਬੇਵਰਜ। ਤਾਂ ਬਾਬਰ ਦੀ ਆਤਮ ਕਥਾ ਦਾ ਅੰਗਰੇਜ਼ੀ ਦੇ ਵਿੱਚ ਅਨੁਵਾਦ ਕਰਨ ਵਾਲੀ ਜਿਹੜੀ ਔਰਤ ਸੀ ਉਹ ਮਿਸੇਜ ਬੇਵਰਜ ਸੀਗੀ। ਆਪਸ਼ਨ ਸੱਸਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਬਾਬਰ ਦੀ ਮੌਤ ਕਿੱਥੇ ਹੋਈ ਸੀ? ਆਗਰਾ, ਦਿੱਲੀ, ਮੁਲਤਾਨ ਜਾਂ ਫਿਰ ਕਾਬਲ। ਤਾਂ ਬਾਬਰ ਦੀ ਜਿਹੜੀ ਮੌਤ ਸੀ ਉਹ ਆਗਰਾ ਦੇ ਵਿੱਚ ਹੋਈ ਸੀ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਬਾਬਰ ਦੀ ਕਬਰ ਕਿੱਥੇ ਹੈ?
ਸੋ ਕਬਰ ਪੁੱਛਿਆ ਜਾਂਦਾ ਹੈ, ਜਨਮ ਪੁੱਛ ਲਿਆ ਜਾਂਦਾ ਹੈ, ਮੌਤ ਪੁੱਛ ਲਿਆ ਜਾਂਦਾ ਹੈ। ਸੋ ਇਹਨਾਂ 'ਚੋਂ ਕੋਈ ਵੀ ਪ੍ਰਸ਼ਨ ਪੁੱਛਿਆ ਜਾ ਸਕਦਾ ਹੈ। ਤਾਂ ਬਾਬਰ ਦੀ ਕਬਰ ਦੱਸਣੀ ਹੈ ਕਿੱਥੇ ਬਣੀ ਹੋਈ ਹੈ, ਆਗਰਾ, ਦਿੱਲੀ, ਮੁਲਤਾਨ ਜਾਂ ਫਿਰ ਕਾਬਲ ਦੇ ਵਿੱਚ। ਤਾਂ ਬਾਬਰ ਦੀ ਜਿਹੜੀ ਕਬਰ ਹੈ ਉਹ ਕਾਬਲ ਦੇ ਵਿੱਚ ਬਣੀ ਹੋਈ ਹੈ। ਆਪਸ਼ਨ ਸੱਸਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਤੁਜ਼ਕ-ਏ-ਬਾਬਰੀ ਕਿਸ ਭਾਸ਼ਾ ਦੇ ਵਿੱਚ ਲਿਖੀ ਗਈ? ਤੁਰਕੀ, ਅਰਬੀ, ਫਾਰਸੀ ਜਾਂ ਫਿਰ ਉਰਦੂ ਦੇ ਵਿੱਚ। ਤਾਂ ਤੁਜ਼ਕ-ਏ-ਬਾਬਰੀ ਸੀ ਜਿਹੜੀ ਉਹ ਤੁਰਕੀ ਭਾਸ਼ਾ ਦੇ ਵਿੱਚ ਲਿਖੀ ਗਈ ਸੀ। ਆਪਸ਼ਨ ਊੜਾ ਤੁਜ਼ਕ-ਏ-ਬਾਬਰੀ, ਤੁਜ਼ਕ ਤੋਂ ਹੀ ਲਾ ਲਿਓ ਤੁਰਕੀ, ਟ੍ਰਿਕ ਯਾਦ ਰੱਖ ਲਿਓ, ਤੁਰਕੀ ਭਾਸ਼ਾ ਦੇ ਵਿੱਚ ਹੀ ਲਿਖੀ ਗਈ ਸੀ ਤੁਜ਼ਕ-ਏ-ਬਾਬਰੀ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਇਹਨਾਂ ਵਿੱਚੋਂ ਕਿਹੜੀ ਰਚਨਾ ਜਿਹੜੀ ਬਾਬਰ ਦੀ ਨਹੀਂ ਹੈ? ਰਿਸਾਲ-ਏ-ਯੂਸੁਫ, ਦੀਵਾਨ, ਤੁਜ਼ਕ-ਏ-ਬਾਬਰੀ ਜਾਂ ਸ਼ਾਹਨਾਮਾ। ਤਾਂ ਕਿਹੜੀ ਰਚਨਾ ਜਿਹੜੀ ਬਾਬਰ ਦੀ ਨਹੀਂ ਹੈ ਇਹਨਾਂ ਵਿੱਚੋਂ? ਉਹ ਸ਼ਾਹਨਾਮਾ ਹੈ। ਆਪਸ਼ਨ ਸੱਸਾ। ਮੰਗੋਲਾਂ ਦੇ ਸਮੇਂ ਸਭ ਤੋਂ ਜ਼ਿਆਦਾ ਹਮਲੇ ਕਿਸ ਦੇ ਕਾਲ ਵਿੱਚ ਹੋਏ ਸੀ? ਅਲਾਉਦੀਨ ਖਿਲਜੀ, ਇਲਤੁਤਮਿਸ, ਬਾਬਰ ਜਾਂ ਫਿਰ ਅਕਬਰ। ਤਾਂ ਮੰਗੋਲਾਂ ਦੇ ਸਮੇਂ ਸਭ ਤੋਂ ਜ਼ਿਆਦਾ ਹਮਲੇ ਸੀ ਜਿਹੜੇ ਅਲਾਉਦੀਨ ਖਿਲਜੀ ਦੇ ਕਾਲ ਵਿੱਚ ਹੋਏ ਸੀ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਬਾਬਰ ਦਾ ਉੱਤਰਾਧਿਕਾਰੀ ਕੌਣ ਸੀ? ਅਗਲਾ ਉੱਤਰਾਧਿਕਾਰੀ ਹਮਾਯੂ, ਅਕਬਰ, ਸ਼ਾਹਜਹਾਂ ਜਾਂ ਫਿਰ ਜਹਾਂਗੀਰ। ਤਾਂ ਬਾਬਰ ਦਾ ਜਿਹੜਾ ਅਗਲਾ ਉੱਤਰਾਧਿਕਾਰੀ ਸੀ ਉਹ ਹਮਾਯੂ ਸੀ। ਕਈ ਵਾਰ ਸ਼ਾਸਕਾਂ ਦਾ ਲੜੀਵਾਰ ਕ੍ਰਮ ਪੁੱਛ ਲੈਂਦੇ ਨੇ ਕਿ ਪਹਿਲਾਂ ਕੌਣ ਬਣਿਆ, ਫਿਰ ਦੂਸਰੇ ਨੰਬਰ 'ਤੇ ਕੌਣ ਬਣਿਆ, ਤੀਸਰੇ 'ਤੇ ਕੌਣ ਬਣਿਆ, ਚੌਥੇ 'ਤੇ ਕੌਣ ਬਣਿਆ। ਤਾਂ ਇਹ ਸਹੀ ਕ੍ਰਮ ਵਾਲੇ ਪ੍ਰਸ਼ਨ ਸੀ ਜਿਹੜੇ ਇਸ ਤੋਂ ਪਹਿਲਾਂ ਵਾਲੇ ਤੁਹਾਨੂੰ ਭਾਗ ਕਰਵਾਏ ਹੈ ਉਹਦੇ ਵਿੱਚ ਤੁਹਾਨੂੰ ਕਰਵਾਏ ਗਏ ਨੇ। ਤਾਂ ਬਾਬਰ ਦਾ ਅਗਲਾ ਉੱਤਰਾਧਿਕਾਰੀ ਹਮਾਯੂ ਸੀਗਾ। ਬਾਬਰ ਨੇ ਕਿਸ ਜਿੱਤ ਤੋਂ ਬਾਅਦ ਗਾਜੀ ਦੀ ਉਪਾਧੀ ਹੈ ਜਿਹੜੀ ਧਾਰਨ ਕੀਤੀ ਸੀ? ਕਾਨਵਾ, ਚੰਦੇਰੀ, ਘਾਗਰਾ ਜਾਂ ਪਾਣੀਪਤ ਦੀ ਪਹਿਲੀ ਲੜਾਈ। ਤਾਂ ਇਹ ਜਿੱਤ ਸੀਗੀ ਕਾਨਵਾ ਦੀ ਜਿੱਤ। ਇਸ ਜਿੱਤ ਤੋਂ ਬਾਅਦ ਬਾਬਰ ਨੇ ਗਾਜੀ ਦੀ ਉਪਾਧੀ ਜਿਹੜੀ ਧਾਰਨ ਕੀਤੀ ਸੀ। ਜਾਂ ਇਹ ਵੀ ਪੁੱਛ ਲਿਆ ਜਾਂਦਾ ਹੈ ਕਿ ਗਾਜੀ ਦੀ ਉਪਾਧੀ ਧਾਰਨ ਕਰਨ ਵਾਲੇ ਸ਼ਾਸਕ ਦਾ ਨਾਮ ਦੱਸੋ। ਤਾਂ ਬਾਬਰ ਆਏਗਾ। ਸੋ ਕਿਵੇਂ ਵੀ ਤੋੜ ਮਰੋੜ ਕੇ ਪ੍ਰਸ਼ਨ ਤੁਹਾਡੇ ਸਾਹਮਣੇ ਪੇਸ਼ ਹੈ ਜਿਹੜਾ ਕੀਤਾ ਜਾ ਸਕਦਾ ਹੈ। ਅਗਲਾ ਪ੍ਰਸ਼ਨ ਹੈ, ਚਚਨਾਮਾ ਕਿੱਥੋਂ ਦੇ ਇਤਿਹਾਸ ਨਾਲ ਸੰਬੰਧਿਤ ਹੈ? ਸਿੰਧ, ਪਾਕਿਸਤਾਨ, ਕਾਬਲ ਜਾਂ ਅਫਗਾਨਿਸਤਾਨ। ਤਾਂ ਚਚਨਾਮਾ ਹੈ ਜਿਹੜਾ ਸਿੰਧ ਦੇ ਇਤਿਹਾਸ ਨਾਲ ਸੰਬੰਧਿਤ ਹੈ। ਆਪਸ਼ਨ ਊੜਾ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਭਾਰਤ ਵਿੱਚ ਪਹਿਲੀ ਵਾਰ ਤੋਪਖਾਨੇ ਦੀ ਵਰਤੋਂ ਕਿਹੜੀ ਲੜਾਈ ਦੇ ਵਿੱਚ ਕੀਤੀ ਗਈ ਸੀ? ਮੇਵਾੜ, ਚੰਦੇਰੀ, ਘਾਗਰਾ ਜਾਂ ਫਿਰ ਪਾਣੀਪਤ ਦੀ ਪਹਿਲੀ ਲੜਾਈ ਵਿੱਚ। ਤਾਂ ਪਹਿਲੀ ਵਾਰ ਜਿਹੜੀ ਤੋਪਖਾਨੇ ਦੀ ਵਰਤੋਂ ਸੀ ਉਹ ਪਾਣੀਪਤ ਦੀ ਪਹਿਲੀ ਲੜਾਈ ਦੇ ਵਿੱਚ ਕੀਤੀ ਗਈ ਸੀ। ਆਪਸ਼ਨ ਸੱਸਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸ਼ੇਰ ਸ਼ਾਹ ਸੂਰੀ ਦਾ ਮੁੱਢਲਾ ਨਾਮ ਕੀ ਸੀਗਾ? ਮੋਸਟ ਇੰਪੋਰਟੈਂਟ ਕੁਐਸਚਨ ਹੈ। ਹਸਨ ਖਾਂ, ਜੂਨਾ ਖਾਂ, ਫਰੀਦ ਖਾਂ ਜਾਂ ਸ਼ੇਰ ਖਾਂ। ਤਾਂ ਸ਼ੇਰ ਸ਼ਾਹ ਸੂਰੀ ਦਾ ਜਿਹੜਾ ਮੁੱਢਲਾ ਨਾਮ ਸੀਗਾ ਉਹ ਫਰੀਦ ਖਾਂ ਸੀਗਾ। ਆਪਸ਼ਨ ਈਡੀ ਸਾਡਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, ਸ਼ੇਰ ਖਾਂ ਨੇ ਸ਼ੇਰ ਸ਼ਾਹ ਦੀ ਉਪਾਧੀ ਕਿਸ ਲੜਾਈ ਤੋਂ ਬਾਅਦ ਧਾਰਨ ਕੀਤੀ ਸੀ? ਚੌਸਾ, ਕਨੌਜ, ਸੂਰਜਗੜ੍ਹ ਜਾਂ ਫਿਰ ਹਲਦੀ ਘਾਟੀ ਦੀ ਲੜਾਈ ਤੋਂ ਬਾਅਦ। ਤਾਂ ਸ਼ੇਰ ਖਾਂ ਸੀ ਜਿਹੜਾ ਇਹਨੇ ਸ਼ੇਰ ਸ਼ਾਹ ਦੀ ਉਪਾਧੀ ਸੀ ਜਿਹੜੀ ਉਹ ਚੌਸਾ ਦੀ ਲੜਾਈ ਤੋਂ ਬਾਅਦ ਧਾਰਨ ਕੀਤੀ ਸੀ। ਆਪਸ਼ਨ ਊੜਾ ਰਾਈਟ ਆਨਸਰ ਆਏਗਾ। ਅਗਲਾ ਪ੍ਰਸ਼ਨ ਹੈ, 1534 ਈਸਵੀ ਵਿੱਚ ਸ਼ੇਰ ਸ਼ਾਹ ਸੂਰੀ ਅਤੇ ਬੰਗਾਲ ਦੇ ਨਵਾਬ ਵਿਚਕਾਰ ਕਿਸ ਸਥਾਨ 'ਤੇ ਜਿਹੜੀ ਲੜਾਈ ਹੋਈ ਸੀ? ਚੌਸਾ, ਕਨੌਜ, ਸੂਰਜਗੜ੍ਹ ਜਾਂ ਹਲਦੀ ਘਾਟੀ। ਤਾਂ ਇਹ ਲੜਾਈ ਸੀ ਜਿਹੜੀ ਸੂਰਜਗੜ੍ਹ ਸਥਾਨ 'ਤੇ ਹੋਈ ਸੀ। 1534 ਈਸਵੀ ਦੇ ਵਿੱਚ ਸ਼ੇਰ ਸ਼ਾਹ ਸੂਰੀ ਅਤੇ ਬੰਗਾਲ ਦਾ ਨਵਾਬ ਸੀ ਇਹਦੇ ਵਿਚਕਾਰ ਜਿਹੜੀ ਲੜਾਈ ਸੀ ਸੂਰਜਗੜ੍ਹ ਸਥਾਨ 'ਤੇ ਹੋਈ ਸੀ 1534 ਦੇ ਵਿੱਚ। ਅੱਗੇ ਸਹੀ ਮਿਲਾਨ ਕਰਨੇ ਹੈ।
ਇੱਕ ਪਾਸੇ ਜਿੱਤਾਂ ਨੇ ਤਾਂ ਇੱਕ ਪਾਸੇ ਈਅਰਸ ਨੇ। ਤਾਂ ਸ਼ੇਰ ਸ਼ਾਹ ਸੂਰੀ ਦੁਆਰਾ ਜੋ ਜਿੱਤਾਂ ਕੀਤੀਆਂ ਗਈਆਂ ਸੀ ਉਹਦੇ ਈਅਰ ਦੱਸਣੇ ਆ। ਪਹਿਲਾ ਬਿਹਾਰ ਦੀ ਜਿੱਤ, ਤਾਂ ਇਹਦਾ ਆਏਗਾ ਜੀ ਡੀ 1529 ਈਸਵੀ ਦੇ ਵਿੱਚ। ਫਿਰ ਆਉਂਦਾ ਚੁਨਾਰ ਦੀ ਜਿੱਤ, ਤਾਂ ਇਹ ਆਉਂਦਾ ਜੀ ਆਪਸ਼ਨ ਸੀ ਨਾਲ 1532 ਈਸਵੀ ਦੇ ਵਿੱਚ। ਫਿਰ ਆਉਂਦੀ ਹੈ ਸੂਰਜਗੜ੍ਹ ਦੀ ਲੜਾਈ, ਆਪਾਂ ਹੁਣੇ ਕਰਕੇ ਆਏ ਹਾਂ 1534 ਦੇ ਵਿੱਚ। ਫਿਰ ਆਉਂਦੀ ਹੈ ਚੌਸਾ ਦੀ ਲੜਾਈ, ਤਾਂ ਇਹ ਆਉਂਦੀ ਹੈ ਜੀ 1539 ਦੇ ਵਿੱਚ। ਤਾਂ ਅਲੱਗ-ਅਲੱਗ ਈਅਰ ਨੇ ਇਸ ਲੜਾਈ ਦੇ। ਤਾਂ ਇਹਦੇ ਵਿੱਚ ਪਹਿਲਾਂ ਵੀ ਤੁਹਾਨੂੰ ਦੱਸਿਆ ਹੈ, ਅਗਰ ਤੁਹਾਨੂੰ ਬਿਲਕੁਲ ਵੀ ਕੁਐਸਚਨ ਨਹੀਂ ਆਉਂਦਾ ਤਾਂ ਜ਼ਿਆਦਾਤਰ ਸਾਹਮਣੇ ਦੇ ਸਾਹਮਣੇ ਨਾਲ ਹੀ ਇਹਦੇ ਵਿੱਚ ਮੈਚ ਜਿਹੜੇ ਕਰੇ ਪਏ ਹੁੰਦੇ ਨੇ। ਅਗਰ ਤੁਹਾਨੂੰ ਬਿਲਕੁਲ ਵੀ ਨਹੀਂ ਆਉਂਦਾ ਤਾਂ ਉਹਨਾਂ ਲਈ ਟ੍ਰਿਕ ਹੈ ਇਹ, ਜਾਂ ਤਾਂ ਤੁਸੀਂ ਸਿੱਧਾ ਚੁੱਪ ਕਰਕੇ ਪਹਿਲੇ ਨੂੰ ਪਹਿਲੇ ਨਾਲ, ਦੂਜੇ ਨੂੰ ਦੂਜੇ ਨਾਲ, ਨੀਚੇ ਜੋ ਆਪਸ਼ਨਾਂ ਹੋਣਗੀਆਂ ਉਹਦੇ ਹਿਸਾਬ ਨਾਲ ਕਾਲਮ ਮਿਲਾ ਆਇਓ, ਜਾਂ ਫਿਰ ਇਹਦੇ ਵਿੱਚ ਦੂਜਾ ਪੈਟਰਨ ਹੁੰਦਾ ਹੈ, ਪਹਿਲੇ ਦਾ ਦੂਜੇ ਨਾਲ ਹੁੰਦਾ ਹੈ, ਦੂਜੇ ਦਾ ਪਹਿਲੇ ਨਾਲ, ਤੀਜੇ ਦਾ ਚੌਥੇ ਨਾਲ, ਚੌਥੇ ਦਾ ਤੀਜੇ ਨਾਲ, ਜਾਂ ਇਹਦੇ ਵਿੱਚ ਇਹ ਪੈਟਰਨ ਚੱਲਦਾ। ਇਹ ਉਦੋਂ ਲਾਉਣਾ ਹੈ ਜੋ ਤੁਹਾਨੂੰ ਬਿਲਕੁਲ ਵੀ ਨਹੀਂ ਆਉਂਦਾ। ਅਗਰ ਤੁਹਾਡੇ ਅੱਗੇ ਪਿੱਛੇ ਕੋਈ ਉਮੀਦਵਾਰ ਬੈਠਾ ਹੈ, ਆਪਾਂ ਅਕਸਰ ਪੁੱਛ ਹੀ ਲੈਂਦੇ ਇੰਨਾ ਕਿ ਚੱਲਦਾ ਐਗਜ਼ਾਮ ਦੇ ਵਿੱਚ ਕਿ ਇਸ ਦਾ ਕੀ ਆਨਸਰ ਆਏਗਾ, ਉਸ ਤੋਂ ਵੀ ਤੁਹਾਨੂੰ ਪਤਾ ਲੱਗਦਾ ਅਤੇ ਨੈਗੇਟਿਵ ਮਾਰਕਿੰਗ ਇਹਦੇ ਵਿੱਚ ਨਹੀਂ ਹੁੰਦੀ। ਤਾਂ ਇਹਨਾਂ ਦੋਨਾਂ ਪੈਟਰਨਾਂ 'ਚੋਂ ਇੱਕ ਪੈਟਰਨ ਲਗਾਇਓ, ਲੱਕੀ ਹੋਏ ਤਾਂ ਤੁਹਾਡਾ 100% ਹੈ ਜਿਹੜਾ ਇਹ ਸਹੀ ਜਾਏਗਾ ਹੀ ਜਾਏਗਾ। ਸੋ ਦੋਸਤੋ, ਇਹ ਅਗਲੇ ਭਾਗ ਦੇ ਅਗਲੇ ਮੋਸਟ ਇੰਪੋਰਟੈਂਟ ਕੁਐਸਚਨ ਸੀ। ਕੰਟੀਨਿਊ ਤੁਹਾਨੂੰ MCQ ਪ੍ਰਸ਼ਨ ਉੱਤਰ ਪ੍ਰੋਵਾਈਡ ਕਰਦੇ ਰਹਾਂਗੇ। ਸੋ ਜੋ ਵੀ ਲਾਈਵ ਕਲਾਸ ਦੇਖਦੇ ਆ, ਜੁਆਇਨ ਕਰਦੇ ਆ, ਵੀਡੀਓ ਨੂੰ ਨਾਲ ਦੀ ਨਾਲ ਜਦੋਂ ਵੀਡੀਓ ਚੱਲਦੀ ਹੈ ਤਾਂ ਜ਼ਰੂਰ ਅੱਗੇ ਸ਼ੇਅਰ ਕਰਦਿਆ ਕਰੋ। ਧੰਨਵਾਦ ਜੀ।